ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 147 ਦੇ ਉੱਪਰ ਅੰਕਿਤ ਮਾਝ ਰਾਗ ਦੀ ਵਾਰ ਚੱਲ ਰਹੀ ਹੈ। 20ਵੀਂ ਪੌੜੀ ਦੇ ਨਾਲ 2 ਸ਼ਲੋਕ ਅੰਕਿਤ ਨੇ, ਦੋਨੋਂ ਗੁਰੂ ਨਾਨਕ ਪਾਤਸ਼ਾਹ ਦੇ ਹਨ। ਆਓ ਪਹਿਲੇ ਸ਼ਲੋਕ ਦੇ ਵਿੱਚੋਂ ਗੁਰ ਉਪਦੇਸ਼ ਸਿੱਖਣ ਦਾ ਯਤਨ ਕਰੀਏ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ। ਇਸ ਵਿੱਚ ਗੁਰੂ ਨੂੰ ਇੱਕ ਬ੍ਰਿਕਸ਼ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਂਦੇ ਹਾਂ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਸੁਣਦੇ ਹਾਂ, ਪਾਠ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਸੁਣਦੇ ਹਾਂ, ਕਥਾ ਕਰਦੇ ਹਾਂ। ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਗੁਰੂ ਦੇ ਉਪਦੇਸ਼ ਦੇ ਮੋਤੀ ਪਏ ਨੇ, ਲੱਭਾ ਲੱਭ ਭਰੇ ਪਏ ਨੇ। ਉਹ ਗੁਰ ਸਰੂਪ ਹੈ ਸਤਿਗੁਰੂ ਜੀ ਦਾ, ਉਹ ਰੱਬ ਦਾ ਗਿਆਨ ਰੂਪੀ ਨਾਮ ਹੈ। ਇਹ ਨਾਨਕ ਜੀ ਜੋ ਗੁਰ ਸਰੂਪ ਹੈ, ਉਹ ਸਬਰ ਸੰਤੋਖ ਦਾ ਇੱਕ ਬ੍ਰਿਕਸ਼ ਹੈ। ਆਖੋ ਵਾਹਿਗੁਰੂ। ਜਿੰਨਾ ਚਿਰ ਜ਼ਿੰਦਗੀ 'ਚ ਸਬਰ ਸੰਤੋਖ ਨਹੀਂ ਆਇਆ, ਲੋਭੀ ਲਾਲਚੀ ਬਣ ਕੇ ਆਪਣੀ ਹੀ ਬੁਣੀ ਹੋਈ ਉਲਝਣ ਤਾਣੀ ਵਿੱਚ ਫਸ ਕੇ ਜ਼ਿੰਦਗੀ ਨਾ ਇੱਧਰ ਦੀ ਨਾ ਉੱਧਰ ਦੀ, ਤਾਂ ਹਾਲੇ ਉਹ ਗੁਰ ਸਰੂਪ ਦੀ ਸ਼ਰਨ ਆਉਣਾ ਨਹੀਂ ਸਿੱਖਿਆ। ਆਖੋ ਸਬਰ ਸੰਤੋਖ ਵਾਲਾ ਬੜੇ ਆਨੰਦ ਵਿੱਚ ਹੁੰਦਾ। ਘੱਟ ਮਿਲ ਗਿਆ ਤਾਂ ਕੋਈ ਨਹੀਂ, ਕਿਉਂਕਿ ਗੁਰੂ ਪਾਤਸ਼ਾਹ ਨੇ ਸਿਖਾਇਆ ਹੁੰਦਾ ਹੈ, ਉਹ ਚਾਦਰ ਦੇਖ ਕੇ ਪੈਰ ਪਸਾਰਦਾ ਹੈ। ਸਬਰ ਸੰਤੋਖ ਵਾਲਾ ਅੰਦਰੋਂ ਸੰਤੁਸ਼ਟ ਹੁੰਦਾ ਹੈ, ਉਹ ਰੱਬੀ ਮਾਰਗ ਤੇ ਤੁਰੇਗਾ, ਪਰਉਪਕਾਰ ਲਈ ਤੁਰੇਗਾ, ਆਪਾ ਵਾਰ ਦੇਗਾ। ਸਤਿਗੁਰੂ ਜੀ ਕਹਿੰਦੇ ਗੁਰ ਸਰੂਪ ਜੋ ਹੈ ਉਹ ਸਬਰ ਸੰਤੋਖ ਦਾ ਇੱਕ ਬ੍ਰਿਕਸ਼ ਹੈ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਰੱਬ ਦਾ ਜੋ ਨਿਯਮ ਹੈ ਉਹ ਧਰਮ ਹੈ, ਉਹਦੇ ਅਨੁਸਾਰ ਜਿਉਣਾ ਇਹ ਫੁੱਲ ਲੱਗਦਾ। ਆਖੋ ਬੜਾ ਚੰਗਾ ਲੱਗਦਾ ਹੈ ਰੱਬੀ ਨਿਯਮ ਵਿੱਚ ਜਿਉਣਾ। ਉਹਦੇ ਲਈ ਫਲ ਕੀ ਹੈ? ਫਲ ਹੈ ਗੁਰੂ ਦਾ ਦਿੱਤਾ ਹੋਇਆ ਗਿਆਨ। ਉਹ ਜਿੰਨਾ ਗੁਰੂ ਦੇ ਗਿਆਨ ਨੂੰ ਸਮਝਾਂਗੇ, ਫਿਰ ਆਪਣੇ ਸੁਭਾਅ ਤੇ ਸੋਚ ਨੂੰ ਗੁਰੂ ਗਿਆਨ ਰਾਹੀਂ ਪਰਖਾਂਗੇ ਤੇ ਪਤਾ ਲੱਗੇਗਾ ਇਸ ਸੁਭਾਅ ਵਿੱਚੋਂ, ਸੋਚ ਵਿੱਚੋਂ ਬਹੁਤ ਕੁਝ ਬਦਲਣ ਵਾਲਾ ਹੈ। ਫਿਰ ਗੁਰੂ ਦੇ ਗਿਆਨ ਨੇ ਹੀ ਦੱਸਣਾ ਹੈ ਬਦਲਣਾ ਕਿਵੇਂ ਹੈ ਤੇ ਚਾਹੀਦਾ ਕੀ ਹੈ। ਆਖੋ ਫਿਰ ਇੱਕ ਚਾਉ ਜਾਗੇਗਾ, ਗੁਰਮੁਖ ਸੁਭਾਅ ਹੋਵੇ ਮੇਰੇ ਕੋਲ, ਗੁਰਮਤ ਵਾਲੀ ਸੋਚ ਹੋਵੇ,
ਇੱਕ ਜੀਵਨ ਦਾ ਰਸ ਬਣ ਜਾਏਗਾ। ਇਹ ਜਦੋਂ ਗਿਆਨ ਦਾ ਫਲ ਲੱਗਦਾ ਹੈ, ਰਸ ਰਸਿਆ ਹਰਿਆ ਸਦਾ, ਪੱਕਾ ਕਰਮ ਧਿਆਨ। ਹੁਣ ਧਿਆਨ ਦੇਣਾ ਤਿੰਨ ਚੀਜ਼ਾਂ। ਰਸ ਦੇ ਵਿੱਚ ਸਦਾ ਭਰਿਆ ਹੋਇਆ ਹੈ, ਰਸ ਦੇ ਨਾਲ ਇਹ ਗਿਆਨ ਰੂਪੀ ਫਲ। ਹਰਾ ਕੱਚ ਹੈ ਤੇ ਪੱਕਾ ਹੋਇਆ। ਜਿੰਨੇ ਵੀ ਦੁਨੀਆ ਦੇ ਫਲ ਨੇ, ਉਹ ਜਦੋਂ ਪੱਕਦੇ ਨੇ ਨਾ, ਉਹ ਹਰੇ ਨਹੀਂ ਰਹਿੰਦੇ, ਪੀਲੇ ਹੋ ਜਾਂਦੇ ਨੇ। ਜਿਉਂ-ਜਿਉਂ ਰਸ ਨਾਲ ਭਰਦੇ ਨੇ ਨਾ, ਉਹ ਹਰੇ ਤੋਂ ਪੱਕੇ ਪੱਕੇ ਹੋ ਜਾਂਦੇ ਨੇ, ਫਿਰ ਉਹ ਡਿੱਗਦੇ ਨੇ। ਇਹ ਇੱਕ ਤਾਂ ਫਲ ਇਹ ਡਿੱਗਦਾ ਨਹੀਂ, ਦੂਸਰਾ ਇਹ ਹਰਿਆ ਹੀ ਰਹਿੰਦਾ ਹੈ, ਖੇੜੇ ਵਿੱਚ ਰਹਿੰਦਾ। ਆਖੋ ਵਾਹਿਗੁਰੂ। ਜਿਸ ਸੋਚ ਤੇ ਸੁਭਾਅ ਦੇ ਉੱਪਰ ਗੁਰੂ ਦੇ ਉਪਦੇਸ਼ਾਂ ਦਾ ਗਿਆਨ ਵਸ ਗਿਆ, ਉਸ ਸੋਚ ਤੇ ਸੁਭਾਅ ਵਿੱਚ ਐਸਾ ਰਸ ਆਉਂਦਾ, ਐਸਾ ਰਸ ਆਉਂਦਾ, ਪੱਕਾ ਹੀ ਰਹਿੰਦਾ। ਆਖੋ ਵਾਹਿਗੁਰੂ। ਹਰ ਤਰ੍ਹਾਂ ਦੇ ਉਤਰਾਅ ਚੜਾਅ ਵਿੱਚ ਇਹ ਬਣਿਆ ਰਹਿੰਦਾ ਹੈ। ਪਤਾ ਕਿਉਂ? ਕਿਉਂਕਿ ਬਖਸ਼ਿਸ਼ ਤੋਂ ਇਹਨੂੰ ਪ੍ਰਾਪਤੀ ਹੁੰਦੀ ਹੈ। ਕਰਮ ਧਿਆਨ, ਉਸ ਪਾਸੇ ਧਿਆਨ ਪਰਪੱਕਤਾ ਨਾਲ ਜੁੜ ਜਾਂਦਾ ਹੈ, ਸਿੱਧਕ ਵਿਸ਼ਵਾਸ ਨਾਲ ਜੁੜ ਜਾਂਦਾ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਪ੍ਰਾਪਤ ਹੁੰਦਾ ਹੈ। ਜਿਹੜਾ ਮਨ ਇਸ ਸਵਾਦ ਦੇ ਰਸ ਨੂੰ ਆਉਂਦਾ ਹੈ, ਭਾਵ ਮਾਣਦਾ ਹੈ, ਪਤ ਕੇ ਸਾਧ ਖਾਂਦਾ ਲਹੈ, ਦਾਨਾ ਕੈ ਸਿਰ ਦਾਨ। ਇੱਥੇ ਪਤ ਦੇ ਅਰਥ ਹੈ ਬਖਸ਼ਿਸ਼। ਬਖਸ਼ਿਸ਼ ਦੇ ਸਵਾਦ ਦੇ ਰਸ ਨੂੰ ਖਾਣ ਵਾਲਾ, ਇਹ ਜਿਹੜੀ ਪ੍ਰਾਪਤੀ ਹੈ, ਸਭ ਤੋਂ ਵੱਡਾ ਦਾਨ ਹੈ। ਆਖੋ ਵਾਹਿਗੁਰੂ। ਰੱਬ ਨੇ, ਗੁਰੂ ਨੇ ਦਾਨ ਦਿੱਤਾ ਹੈ ਤੇ ਗੁਰੂ ਕੇ ਗੁਰਸਿੱਖਾਂ ਨੇ ਇਸ ਨੂੰ ਵੰਡਣਾ ਹੈ। ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਮਿਲਿਆ ਉਹਨਾਂ ਨੇ ਵੰਡਣਾ ਹੈ। ਕੀ? ਗਿਆਨ ਦਾ ਫਲ, ਸੋਝੀ ਦਾ ਫਲ, ਸਮਝ ਬੂਝ। ਅੱਗੋਂ ਇਸ ਚੀਜ਼ ਨੂੰ ਬੜਾ ਭੇਦ ਖੋਲਣਗੇ ਅੱਜ ਦੇ ਇਸ ਅੰਗ ਦੇ ਵਿੱਚ ਸਤਿਗੁਰੂ ਜੀ। ਦੂਜੀ ਉਦਾਹਰਣ ਮਹੱਲਾ ਪਹਿਲਾ, ਇਹ ਵੀ ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ। ਇਸ ਵਿੱਚ ਉੱਥੇ ਸੰਤੋਖ ਦਾ ਰੁੱਖ ਕਿਹਾ ਸੀ, ਇੱਥੇ ਵੀ ਬ੍ਰਿਕਸ਼ ਕਿਹਾ, ਪਰ ਕਿਵੇਂ ਕਿਹਾ? ਸੋਇਨੇ ਕਾ ਬਿਰਖ, ਪਤ ਪਰਵਾਲਾ, ਫੁੱਲ ਜਵੇਹਰ ਲਾਲ। ਸੋਨੇ ਦਾ ਬਿਰਸ਼ ਹੈ। ਸੋਨਾ ਪਵਿੱਤਰਤਾ ਦਾ ਪ੍ਰਤੀਕ ਹੈ। ਸੋਨਾ ਮਹਿੰਗਾ ਹੁੰਦਾ ਹੈ। ਗੁਰੂ ਦਾ ਉਪਦੇਸ਼ ਦਾ ਗਿਆਨ ਮਹਿੰਗਾ ਹੈ, ਕੀਮਤੀ ਹੈ। ਸੁਭਾਅ ਵਾਰਨਾ ਪਵੇਗਾ, ਗੁਰੂ ਉੱਪਰੋਂ ਦੀ ਸੋਚ ਵਾਰਨੀ ਪਵੇਗੀ, ਫਿਰ ਮਿਲਦਾ। ਇਹਦਾ ਜਿਹੜਾ ਪੱਤੇ ਹੈ, ਇਹਦੇ ਪਰਵਾਲਾ, ਪਰਵਾਲਾ ਹੁੰਦਾ ਹੈ ਲਾਲ ਰੰਗ ਦਾ ਰਤਨ, ਉਹਨੂੰ ਮੂੰਗਾ ਕਹਿੰਦੇ ਨੇ, ਮੂੰਗਾ, ਉਸ ਨੂੰ ਮੂੰਗੇ ਨੂੰ ਪਰਵਾਲਾ ਕਹਿੰਦੇ। ਸੋਨੇ ਦਾ ਬ੍ਰਿਕਸ਼ ਹੈ ਤੇ ਮਹਿੰਗੇ ਕੀਮਤੀ ਲਾਲ ਰਤਨਾਂ ਦੇ ਪੱਤੇ ਲੱਗੇ ਹੋਏ ਨੇ। ਆਖੋ ਵਾਹਿਗੁਰੂ। ਇਹਦਾ ਮਤਲਬ ਪਵਿੱਤਰਤਾ ਵਾਲਾ ਸੁਭਾਅ ਤੇ ਪਵਿੱਤਰਤਾ ਵਾਲੀ ਸੋਚ ਦੇਣ ਵਾਲੇ ਉਪਦੇਸ਼ ਕੀਮਤੀ ਰਤਨ ਨੇ। ਫੁੱਲ ਜਵੇਹਰ ਲਾਲ, ਜਵੇਹਰ ਜਵਾਹਰ, ਹਰ ਹੰਕਾਰ ਜਵਾ ਮਾਰ ਦੇਣਾ, ਇਹ ਪ੍ਰਤੀਕ ਹੈ ਨਿਮਰਤਾ ਦਾ, ਤੇ ਲਾਲ ਪ੍ਰਤੀਕ ਹੈ ਪਿਆਰ ਦਾ। ਗੁਰੂ ਨਾਲ ਪਿਆਰ, ਗੁਰੂ ਦੇ ਉਪਦੇਸ਼ਾਂ ਨਾਲ ਪਿਆਰ, ਰੱਬ ਨਾਲ ਪਿਆਰ, ਰੱਬ ਦੇ ਨਿਯਮ ਨਾਲ, ਰੱਬ ਦੇ ਮਾਰਗ ਨਾਲ ਪਿਆਰ, ਰੱਬ ਦੇ ਗੁਣਾਂ ਨਾਲ ਪਿਆਰ ਤੇ ਗੁਣਾਂ ਨੂੰ ਪਰਉਪਕਾਰ ਲਈ ਵਰਤਣ ਨਾਲ ਪਿਆਰ। ਨਿਮਰਤਾ ਵਿੱਚ ਇਸ ਮਾਰਗ ਤੇ ਤੁਰਨ ਦੇ ਨਾਲ ਚਿਤ ਫਲ ਰਤਨ ਲੱਗੈ ਮੁਖ ਭਾਖਤ, ਹਿਰਦੈ ਹਿਰਦੈ ਨਿਹਾਲ। ਇਹ ਫਲ, ਗਿਆਨ ਦਾ ਫਲ, ਜਿਸ ਦੇ ਸੁਭਾਅ ਨੂੰ, ਜਿਸ ਦੀ ਸੋਚ ਵਿੱਚ ਲੱਗ ਜਾਂਦਾ। ਆਖੋ ਵਾਹਿਗੁਰੂ। ਜਿਹਦੇ ਅੰਦਰਲੇ ਜੀਵਨ ਵਿੱਚ ਗਿਆਨ ਦਾ ਰਤਨ ਫਲ ਮਿਲ ਗਿਆ, ਉਹਦਾ ਹਿਰਦਾ ਆਨੰਦ ਰਸ ਵਿੱਚ ਹੁੰਦਾ ਹੈ। ਉਹ ਮੁਖ ਦੇ ਵਿੱਚੋਂ ਇਸ ਦੀਆਂ ਵਿਚਾਰਾਂ ਕਰਦੇ ਨੇ, ਸਿੱਖਣ ਦੀ ਭਾਵਨਾ ਨਾਲ ਤੇ ਵੰਡਣ ਦੀ ਭਾਵਨਾ ਨਾਲ। ਨਾਨਕ ਕਰਮ ਹੋਵੈ ਮੁਖ ਮਸਤਕ, ਲਿਖਿਆ ਹੋਵੈ ਲੇਖ। ਇਹ ਨਾਨਕ ਜੀ,
ਲਿਖਿਆ ਹੋਵੇ, ਨਾਨਕ ਕਰਮ ਹੋਵੇ ਮੁਖ ਮਸਤਕ। ਮੁਖ ਦੇ ਵਿੱਚ ਕੀ ਹੈ? ਬੋਲ, ਬੋਲਾਂ ਵਿੱਚ ਕੀ ਹੈ? ਸਬਜੈਕਟ ਤੇ ਸ਼ਬਦਾਵਲੀ। ਜਿਸ ਤਰ੍ਹਾਂ ਦੇ ਸਬਜੈਕਟ ਵਿਚਾਰਨ ਦੀ ਆਦਤ ਹੈ, ਰੁਚੀ ਹੈ, ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਦੀ ਰੁਚੀ ਆਦਤ ਹੈ, ਉਹ ਇਹਦੇ ਮੁਖ ਵਿੱਚ ਲੇਖ ਲਿਖੇ ਗਏ। ਆਖੋ ਵਾਹਿਗੁਰੂ। ਤੇ ਮਸਤਕ ਵਿੱਚ ਸੋਚ, ਜਿਸ ਤਰ੍ਹਾਂ ਦੀ ਸੋਚ ਹੈ, ਵਿਚਾਰਧਾਰਾ ਹੈ। ਸੋਚ ਨਫ਼ਰਤ ਕਰਕੇ ਰਸ ਮਾਨਣ ਦੀ ਵੀ ਹੈ, ਤੇ ਸੋਚ ਨਫ਼ਰਤ ਤੋਂ ਬਚਣ ਦੀ ਵੀ ਹੈ। ਸੋਚ ਇਹ ਵੀ ਹੋ ਸਕਦੀ ਹੈ ਕਿ ਨਿੰਦਾ ਦਾ ਬੜਾ ਰਸ ਆਉਂਦਾ ਹੈ। ਸੋਚ ਇਹ ਵੀ ਹੈ ਕਿ ਨਿੰਦਾ ਨਾਲ ਜੀਵਨ ਬਰਬਾਦ ਹੁੰਦਾ ਹੈ। ਜਦੋਂ ਬਖਸ਼ਿਸ਼ ਹੁੰਦੀ ਹੈ ਨਾ, ਫਿਰ ਸੋਚ ਵਿੱਚ ਚੰਗੇ ਲੇਖ ਲਿਖੇ ਜਾਂਦੇ ਨੇ। ਗੁਰੂ ਦਾ ਨਜ਼ਰੀਆ, ਗੁਰੂ ਵਾਲੀ ਸੋਚ। ਮੁੱਖ ਵਿੱਚ ਸਬਜੈਕਟ ਗੁਰੂ ਦੇ, ਸ਼ਬਦਾਵਲੀ ਗੁਰੂ ਦੀ। ਇਹਦੇ ਚੋਂ ਸਿੱਖਣਾ ਹੈ, ਵੰਡਣਾ ਹੈ, ਤੇ ਸਿੱਖਣ ਨਾਲ ਆਪਣੇ ਸੋਚ ਸੁਭਾਅ ਦੀ ਮੈਲ ਲਾਉਣੀ ਹੈ। 8 60 ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸ਼ੇਖ। ਸਭ ਤੋਂ ਵਿਸ਼ੇਖ, ਸਭ ਤੋਂ ਵਿਸ਼ੇਸ਼, ਸਭ ਤੋਂ ਉੱਤਮ, ਸਭ ਤੋਂ ਕੀਮਤੀ ਪੂਜਾ ਕੀ ਹੈ? ਗੁਰੂ ਦੇ ਚਰਨ, ਗੁਰੂ ਦੇ ਉਪਦੇਸ਼। ਉਪਦੇਸ਼ ਅਨੁਸਾਰ ਮਨ ਦੀ ਮੈਲ ਲਾਉਣੀ। ਇਹਦੇ ਵਰਗਾ ਕੋਈ ਤੀਰਥ ਕੋਈ ਨਹੀਂ। 68 ਤੀਰਥਾਂ ਤੋਂ ਵੀ ਕਿਤੇ ਉੱਤਮ ਤੀਰਥ ਹੈ। ਜਪਜੀ ਸਾਹਿਬ ਵਿੱਚ ਇਹਨੂੰ ਸੁਣਿਆ, ਮੰਨਿਆ, ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾਉ ਕਿਹਾ ਸੀ। ਸਿੱਖਣਾ ਹੈ ਅਸੀਂ ਵੀ ਜ਼ਿੰਦਗੀ 'ਚ ਵਰਤਣਾ ਹੈ। ਫਿਰ ਪਤਾ ਲੱਗੇਗਾ ਸੋਚ ਸੁਭਾਅ ਨੂੰ ਬਦਲਣ ਤੋਂ ਪਹਿਲਾਂ ਸੋਚ ਸੁਭਾਅ ਦੀ ਪੜਚੋਲ ਹੋਏਗੀ ਗੁਰੂ ਦੇ ਉਪਦੇਸ਼ ਰਾਹੀਂ। ਜਦੋਂ ਅਸੀਂ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪੜਚੋਲਾਂਗੇ ਨਾ ਨਿੱਤ ਦੇ ਜੀਵਨ ਵਿੱਚੋਂ, ਫਿਰ ਪਤਾ ਲੱਗੇਗਾ ਅੰਦਰ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਅੰਦਰ 4 ਅੱਗ ਦੀਆਂ ਨਦੀਆਂ ਚੱਲਦੀਆਂ ਨੇ। ਹੰਸ ਹੁੰਦਾ ਹੈ ਕਠੋਰ ਹਿਰਦਾ। ਕਠੋਰ ਹਿਰਦੇ ਦੀ ਨਿਸ਼ਾਨੀ ਇੱਕ ਤਾਂ ਗੁਰੂ ਦੇ ਉਪਦੇਸ਼ ਸੁਣੇਗਾ, ਇਹਦੇ ਮਨ 'ਚ ਨਹੀਂ ਵਸਣਗੇ, ਇਹਨੂੰ ਕੌੜੇ ਲੱਗਣਗੇ, ਉਹ ਕਠੋਰ ਹਿਰਦਾ ਹੈ। ਗੁਰਬਾਣੀ ਦੀ ਪੰਕਤੀ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੈ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਕਠੋਰ ਹਿਰਦਾ ਗੁਰੂ ਦੀ ਬਾਤ ਵਿੱਚ ਭਿੱਜਦਾ ਨਹੀਂ, ਉਹਨੂੰ ਚੰਗੀ ਨਹੀਂ ਲੱਗਦੀ, ਕੌੜੀ ਲੱਗਦੀ ਹੈ। ਦੂਸਰਾ, ਕਠੋਰ ਹਿਰਦਾ ਦੂਸਰੇ ਨੂੰ ਚੋਟ ਮਾਰਦਾ ਹੈ। ਅਗਰ ਘਰਾਂ ਦਾ ਕਲੇਸ਼ ਹੈ ਤਾਂ ਕਠੋਰ ਹਿਰਦੇ ਵਿੱਚੋਂ ਨਿਕਲੇਗਾ। ਜਦੋਂ ਕਲਚਰ ਹੀ ਇਸ ਤਰ੍ਹਾਂ ਦਾ ਮਿਲ ਜਾਵੇ ਤਾਂ ਸੋਚ ਉਸ ਤਰ੍ਹਾਂ ਦੀ ਬਣ ਜਾਂਦੀ ਹੈ। ਹਰ ਇੱਕ ਵਿੱਚੋਂ ਕਮਜ਼ੋਰੀਆਂ ਲੱਭਣੀਆਂ, ਹਰ ਇੱਕ ਵਿੱਚੋਂ ਕਮਜ਼ੋਰੀਆਂ ਲੱਭਣੀਆਂ। ਲੱਭਦਿਆਂ ਮਨੁੱਖ ਇਤਨੀ ਅੰਦਰ ਭੁੱਖ ਵੱਧ ਜਾਂਦੀ ਹੈ, ਫਿਰ ਆਪਣੇ ਪਰਿਵਾਰਕ ਮੈਂਬਰਾਂ 'ਚੋਂ ਹੀ ਕਮਜ਼ੋਰੀਆਂ ਲੱਭਦਾ। ਫਿਰ ਮਨ ਖਿਝਣ ਲੱਗ ਜਾਏਗਾ, ਕ੍ਰੋਧ ਵਿੱਚ ਆ ਜਾਏਗਾ। ਕ੍ਰੋਧ ਵਿੱਚ ਆ ਕੇ ਕੌੜੇ ਬੋਲ ਕੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ, ਪਤੀ ਪਤਨੀ ਜਾਂ ਕੋਈ ਵੀ ਪਰਿਵਾਰਕ ਰਿਸ਼ਤਾ, ਬੱਚਿਆਂ ਤੇ ਜਾਂ ਬੱਚੇ ਮਾਪਿਆਂ ਨਾਲ ਜਦੋਂ ਉੱਚਾ ਨੀਵਾਂ ਬੋਲਦੇ, ਗਾਲੀ ਗਲੋਚ ਕਰਦੇ, ਇਹਨਾਂ ਦੇਸ਼ਾਂ ਵਿੱਚ ਫਿਜ਼ੀਕਲੀ ਅਬਿਊਜ਼ ਤਾਂ ਨਹੀਂ ਹੁੰਦਾ, ਕਿਉਂਕਿ ਡੋਮੈਸਟਿਕ ਵਾਇਲੈਂਸ ਨੂੰ ਵੀ ਇੱਥੋਂ ਦਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤੇ 911 ਕੀਤਾ ਜਾਂਦਾ ਹੈ। ਪਰ ਕਈ ਵਾਰੀ ਕਈ ਘਰਾਂ ਵਿੱਚ ਐਸਾ ਹੁੰਦਾ ਕਿ ਔਰਤਾਂ ਉਸ ਦਬਾਅ ਵਿੱਚ ਰਹਿੰਦੀਆਂ ਨੇ, ਨਹੀਂ ਕਰਦੀਆਂ 911। ਉਹਨਾਂ ਦੀ ਇਹ ਚੰਗਿਆਈ ਸਮਝ ਲਓ, ਕਹਿੰਦੀਆਂ ਨੇ ਘਰ ਟੁੱਟ ਜਾਏਗਾ, ਤੇ ਉਹ ਚੱਲਦੀਆਂ ਨੇ ਤੇ ਉਹਨਾਂ ਨੂੰ ਬਹੁਤ ਦਬਾਇਆ ਜਾਂਦਾ, ਫਿਜ਼ੀਕਲੀ ਅਬਿਊਜ਼ਡ ਵੀ ਕੀਤਾ ਜਾਂਦਾ। ਅਗਰ ਫਿਜ਼ੀਕਲੀ ਅਬਿਊਜ਼ਡ ਕਰ ਰਿਹਾ ਤਾਂ ਕਠੋਰ ਹਿਰਦਾ ਹੀ ਕਰ ਰਿਹਾ। ਆਖੋ ਵਾਹਿਗੁਰੂ, ਕਠੋਰ ਹਿਰਦਾ ਕਰ ਰਿਹਾ। ਜਦੋਂ ਕੋਈ ਆਪਣੀ ਪਤਨੀ ਤੇ ਇਸ ਤਰ੍ਹਾਂ ਦਾ ਬਿਹੇਵ ਕਰੇਗਾ ਤਾਂ ਉਹਨੂੰ ਸੋਝੀ ਉਦੋਂ ਲੱਗਦੀ ਹੈ ਜਦੋਂ ਉਹਦੀ ਆਪਣੀ ਧੀ ਨਾਲ ਉਹਦੇ ਸਹੁਰੇ ਘਰ ਹੁੰਦਾ ਹੈ। ਇਹ ਹੰਸ ਬਿਰਤੀ ਹੈ, ਅੰਦਰ ਅੱਗ ਦੀ ਨਦੀ ਹੈ, ਕਠੋਰ ਹਿਰਦਾ। ਹੇਤ ਹੁੰਦਾ ਸੈਲਫਿਸ਼, ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਕਰਨਾ, ਦੂਜਿਆਂ ਲਈ ਕਦੀ ਸੋਚਣਾ ਹੀ ਨਹੀਂ। ਭਰਾ ਦੇ ਬੱਚਿਆਂ ਲਈ ਕਦੀ ਧਿਆਨ ਨਹੀਂ, ਭਰਾ ਦੇ ਪਰਿਵਾਰ ਲਈ ਕਦੀ ਧਿਆਨ ਨਹੀਂ, ਕੌਮ ਦੇ ਲਈ ਕੋਈ ਧਿਆਨ ਨਹੀਂ। ਸੈਲਫਿਸ਼ ਹੋ ਕੇ ਐਸੀ ਉਲਝਣ ਤਾਣੀ 'ਚ ਫਸਦਾ ਬੰਦਾ ਜਿਹਦੇ 'ਚੋਂ ਨਿਕਲਣਾ ਔਖਾ ਹੋ ਜਾਂਦਾ। ਉਹਦੇ 'ਚੋਂ ਲੋਭ ਪੈਦਾ ਹੋ ਜਾਂਦਾ ਹੈ।
ਇਹ ਤੀਜੀ ਅੱਗ ਹੈ, ਅੱਗ ਦੀ ਨਦੀ ਹੈ। ਇਹਦੇ 'ਚੋਂ ਕ੍ਰੋਧ ਜਨਮ ਲੈਂਦਾ, ਕੋਪ, ਕੋਪ ਦੇ ਅਰਥ ਕ੍ਰੋਧ। ਇਹ 4 ਤਰ੍ਹਾਂ ਦੀਆਂ ਨਦੀਆਂ ਸੁਭਾਅ ਵਿੱਚ, ਸੋਚ ਵਿੱਚ ਆ ਜਾਂਦੀਆਂ ਨੇ। ਕਠੋਰ ਸੋਚ, ਕਠੋਰ ਹਿਰਦਾ, ਸੈਲਫਿਸ਼ ਥਾਟ, ਸੈਲਫਿਸ਼ ਭਾਵਨਾ, ਗਰੀਡ, ਲੋਭ ਲਾਲਚ ਵਿੱਚ ਸਾਰੀ ਜ਼ਿੰਦਗੀ, ਕ੍ਰੋਧ ਵਿੱਚ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦਜਹਿ ਨਾਨਕਾ, ਤਰਿਐ ਕਰਮੀ ਲੱਗ। ਜਿਨ੍ਹਾਂ ਨੂੰ ਬਖਸ਼ਿਸ਼ ਮਿਲਦੀ ਹੈ ਉਹ ਗੁਰੂ ਦੇ ਉਪਦੇਸ਼ ਦੇ ਲੜ ਲੱਗਦੇ ਨੇ, ਬਚ ਜਾਂਦੇ ਨੇ। ਨਹੀਂ ਤੇ ਲੋਕ ਇਸ ਨਦੀਆਂ ਦੇ ਵਿੱਚ, ਸੋਚ ਸੁਭਾਅ ਦੀਆਂ ਨਦੀਆਂ ਵਿੱਚ ਡੁੱਬਦੇ ਨੇ ਤੇ ਸੜਦੇ ਨੇ। ਆਖੋ ਵਾਹਿਗੁਰੂ। ਬਖਸ਼ਿਸ਼ ਵਾਲੇ ਬਚਦੇ ਨੇ। ਪੌੜੀ ਤੇ 20ਵੀਂ ਪੌੜੀ ਹੈ ਮਾਝ ਰਾਗ ਦੀ। ਹੁਣ ਤਰੀਕਾ ਦੱਸ ਰਹੇ ਨੇ ਬਚਣ ਦਾ, ਇਸ ਪਾਸੇ ਤੁਰਨ ਦਾ। ਜੀਵਦਿਆਂ ਮਰ ਮਾਰ ਨਾ ਪਛੋਤਾਈ ਹੈ। ਉਹ ਸੁਭਾਅ ਜਿਹੜਾ ਤੈਨੂੰ ਸੈਲਫਿਸ਼ ਬਣਾ ਰਿਹਾ ਹੈ, ਉਹ ਵਿਚਾਰਧਾਰਾ, ਉਹ ਸੋਚ ਜਿਹੜੀ ਤੈਨੂੰ ਲੋਭ ਲਾਲਚ ਵੱਲ ਖਿੱਚ ਕੇ ਲਿਜਾਂਦੀ ਹੈ, ਜਿਸ ਕਾਰਨ ਤੂੰ ਸੋਚ ਸੁਭਾਅ ਵਿੱਚ ਕਮਜ਼ੋਰੀਆਂ ਪੈਦਾ ਕਰਦਾ ਹੈ, ਪਹਿਲਾਂ ਉਸ ਸੋਚ ਤੇ ਸੁਭਾਅ ਵਾਲੇ ਪਾਸੇ ਤੋਂ ਤੈਨੂੰ ਮਰਨਾ ਪਵੇਗਾ। ਆਖੋ ਵਾਹਿਗੁਰੂ। ਉਧਰੋਂ ਮਰ ਕੇ ਇੱਧਰ ਜਿਉਣਾ ਸਿੱਖ, ਫਿਰ ਨਾ ਕਦੀ ਆਤਮਿਕ ਮੌਤ ਆਏਗੀ, ਨਾ ਪਛਤਾਵਾ ਲੱਗੇਗਾ। ਝੂਠਾ ਇਹ ਸੰਸਾਰ ਕਿਨ ਸਮਝਾਈ ਹੈ। ਉਹ ਐਵੇਂ ਕੂੜ ਦਾ ਪਾਸਾ ਹੈ, ਝੂਠ ਦੇ ਬੱਦਲ ਨੇ। ਮਨ ਨੂੰ ਚੰਗੇ ਲੱਗਦੇ, ਸੁਭਾਅ ਨੂੰ ਚੰਗੇ ਲੱਗਦੇ, ਤਾਂ ਉਧਰਲੇ ਪਾਸੇ ਮਨੁੱਖ ਤੁਰਿਆ ਰਹਿੰਦਾ ਏ, ਫਸਿਆ ਰਹਿੰਦਾ ਏ। ਸਤਿਗੁਰੂ ਕਹਿੰਦੇ ਕਿਹਨੂੰ ਸਮਝਾਈਏ, ਕਿਉਂਕਿ ਮੱਤ ਪੁੱਠੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਸੋਚ ਵਿੱਚ। ਸਮਝਾਓ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ। ਸੱਚ ਨਾ ਧਰੇ ਪਿਆਰ, ਧੰਦਾ ਧਾਈ ਹੈ। ਐਕਚੁਅਲੀ ਉਹਦਾ ਮਨ ਤੇ ਉਹਦੀ ਮੱਤ ਜੋ ਕੁਝ ਕਰ ਰਹੀ ਹੈ, ਮੈਂ ਧੰਦਾ ਹੀ ਪਿੱਟ ਰਹੀ ਹੈ। ਉਹਨੂੰ ਸੱਚ ਦੇ ਮਾਰਗ ਨਾਲ ਪਿਆਰ ਨਹੀਂ ਬਣਿਆ, ਹਲੇ ਖਿੱਚ ਨਹੀਂ ਬਣੀ, ਉਹਨੂੰ ਇਹਦੀ ਕੀਮਤ ਹੀ ਨਹੀਂ ਪਤਾ ਲੱਗੀ। ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੀ ਗੱਲ, ਉਹਨੂੰ ਰੱਬ ਦੇ ਨਿਜ਼ਮ ਵਿੱਚੋਂ ਇੱਕ ਕੀਮਤੀ ਚੀਜ਼ ਨਹੀਂ ਪਤਾ ਲੱਗੀ, ਉਹ ਹੈ ਕਾਲ ਬੁਰਾਕ ਹੈ, ਕਾਲ ਸਿਰ ਦੁਨੀਆਈ ਹੈ। ਸਾਰੀ ਦੁਨੀਆ ਦੇ ਸਿਰ ਦੇ ਉੱਪਰ ਕਾਲ ਮੰਡਰਾ ਰਿਹਾ ਹੈ। ਮੌਤ ਕਦੋਂ ਆ ਜਾਵੇ ਕੁਝ ਨਹੀਂ ਪਤਾ। ਇਸ ਲਈ ਕੀਮਤ ਨਹੀਂ ਪਤਾ ਲੱਗੀ ਇਸ ਜੀਵਨ ਦੀ, ਤੇ ਇਸ ਜੀਵਨ ਨੂੰ ਕੌਡੀਆਂ ਦੇ ਬਦਲੇ ਰੋਲ ਰਿਹਾ। ਆਖੋ ਵਾਹਿਗੁਰੂ। ਹੁਕਮੀ ਸਿਰਜੰਦਾਰ ਮਾਰੇ ਦਾਈ ਹੈ। ਫਿਰ ਰੱਬ ਦਾ ਇੱਕ ਨਿਜ਼ਮ ਬਣਾਇਆ, ਜਿਹੜਾ ਇਸ ਮਾਰਗ ਤੋਂ ਟੁੱਟ ਕੇ ਮਨਮੁਖਤਾਈ ਵਿੱਚ ਜਿਉਂਦਾ ਹੈ, ਮਨਮਤ ਵਾਲੇ ਫੈਸਲਿਆਂ ਵਿੱਚ ਜਿਉਂਦਾ ਹੈ, ਫਿਰ ਜਿਹੜਾ ਬੇਕਾਰਾਂ ਦੇ ਰਸਾਂ ਦਾ ਜਮ ਜੰਦਾਰ ਹੈ ਨਾ, ਉਹ ਮਾਰ ਮਾਰਦਾ ਹੈ ਤੇ ਦਾ ਲੱਭਦਾ, ਦਾਈ ਹੈ, ਦਾ ਲੱਭਦਾ ਹੈ। ਮਨੁੱਖ ਉਹਦੇ ਵਿੱਚ ਫਸਦਾ ਹੈ, ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਆਪੇ ਦੇ ਪਿਆਰ ਮਨ ਵਸਾਈ ਹੈ। ਜਿਨ੍ਹਾਂ ਨੂੰ ਵਾਹਿਗੁਰੂ ਜੀ ਪਿਆਰ ਦੀ ਦਾਤ ਦਿੰਦੇ ਨੇ, ਕਿਉਂਕਿ ਉੱਪਰ ਆਇਆ ਸੀ ਨਾ, ਪਤ ਪਰਵਾਲਾ ਫੁੱਲ ਜਵੇਹਰ ਲਾਲ। ਇਸ ਬਿਰਸ਼ ਦਾ ਜਿਹੜਾ ਫੁੱਲ ਹੈ ਉਹ ਪਿਆਰ ਹੈ। ਤੇ ਜਿਨ੍ਹਾਂ ਨੂੰ ਇਹ ਗੁਰੂ ਦਾ ਪਿਆਰ, ਰੱਬ ਦਾ ਪਿਆਰ ਮਿਲਦਾ ਕਿਵੇਂ? ਮਨ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ, ਹਿਰਦੇ 'ਚ ਵਸਾ ਕੇ, ਤੇਰੇ ਪਿਆਰ ਦੀ ਦਾਤ ਮਿਲਦੀ ਹੈ। ਮਹਤ ਨਾ ਚਸਾ ਬਿਲਮ ਭਰੀਐ ਪਾਈਐ। ਫਿਰ ਸੋਝੀ ਆਉਂਦੀ ਹੈ ਇਸ ਜ਼ਿੰਦਗੀ ਦੇ ਵਿੱਚ, ਭਰੀਐ ਪਾਈਐ। ਪਿੱਛੇ ਵੀ ਇੱਕ ਜ਼ਿਕਰ ਆਇਆ ਸੀ, ਮੈਂ ਫਿਰ ਦੁਹਰਾ ਦਿੰਦਾ। ਜਿਹੜੇ ਸ਼ਿਪ ਤੇ ਜਾਂਦੇ ਸਨ ਪੁਰਾਤਨ ਸਮਿਆਂ ਦੇ ਵਿੱਚ, ਘੜੀਆਂ ਵਗੈਰਾ ਨਹੀਂ ਸੀ ਹੁੰਦੀਆਂ ਉਦੋਂ, ਉਹ ਟਾਈਮ ਨੋਟ ਕਰਨ ਵਾਸਤੇ ਕੀ ਕਰਦੇ ਹੁੰਦੇ ਸੀ, ਇੱਕ ਬਰਤਨ ਹੁੰਦਾ ਸੀ, ਆਮ ਤੌਰ ਤੇ ਗੜਬੀ ਕਹਿ ਦਿੰਦੇ, ਉਹਦੇ ਵਿੱਚ ਇੱਕ ਛੋਟਾ ਜਿਹਾ ਛੇਕ ਕੀਤਾ ਹੁੰਦਾ, ਬੜਾ ਬਰੀਕ ਜਿਹਾ ਛੇਕ। ਉਹ ਪਾਣੀ 'ਚ ਉੱਪਰੋਂ ਅੱਧੀ ਡੁੱਬੀ ਹੁੰਦੀ ਸੀ, ਉਹਦੇ 'ਚ ਪਾਣੀ ਪਈ ਜਾਂਦਾ ਉਸ ਛੇਕ ਰਾਹੀਂ। ਉਹ ਇੱਕ ਅੰਦਾਜ਼ਾ ਲਾਇਆ ਹੁੰਦਾ ਸੀ, ਛੇਕ ਇੰਨਾ ਬਰੀਕ ਹੁੰਦਾ ਸੀ ਕਿ ਉਹ ਤਕਰੀਬਨ 4 ਪਹਿਰ ਵਿੱਚ ਭਰ ਜਾਂਦੀ ਸੀ, ਤੇ 4 ਪਹਿਰ ਹੋ ਗਏ, ਫਿਰ ਡੋਲ ਦਿੰਦੇ ਸੀ, ਫਿਰ ਦੁਬਾਰੇ ਰੱਖ ਦਿੰਦੇ। ਉਹ ਇੱਕ ਟਾਈਮ ਗਿਣਨ ਵਾਸਤੇ ਇੱਕ ਤਰੀਕਾ ਸੀ। ਸਤਿਗੁਰੂ ਜੀ ਕਹਿੰਦੇ ਪਿਆਰਿਆ, ਤੇਰੇ ਸਵਾਸ ਮੁੱਕਦੇ ਜਾ ਰਹੇ ਨੇ, ਮੁੱਕਦੇ ਜਾ ਰਹੇ ਨੇ, ਮੁੱਕਦੇ ਜਾ ਰਹੇ ਨੇ। ਭਰੀਆ ਪਾਈਆ ਜਦੋਂ ਮੌਤ ਦਾ ਸਮਾਂ ਆ ਗਿਆ, ਕਦੋਂ ਆਉਣਾ? ਮੁਹੱਤ ਨਾ ਚਸਾ ਬਿਲਮ, ਕੁਛ ਨਹੀਂ ਪਤਾ। 1 ਸੈਕਿੰਡ, 1 ਮਿੰਟ ਕਦੋਂ ਵੀ ਆ ਸਕਦੀ ਹੈ, ਮੌਤ ਹੁਣੀ ਆ ਸਕਦੀ ਹੈ। ਇਸ ਲਈ ਤੂੰ ਇਸ ਗੱਲ ਨੂੰ ਚੇਤੇ ਕਰਕੇ ਜ਼ਿੰਦਗੀ ਦੀ ਕੀਮਤ ਸਮਝ। ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ, ਇਹਨੂੰ ਸਮਝ ਹੀ ਨਹੀਂ ਆਉਂਦੀ। ਗੁਰ ਪ੍ਰਸਾਦੀ ਬੁੱਝ,
ਸੱਚ ਸਮਾਈ ਹੈ। ਤੇ ਗੁਰੂ ਦੇ ਉਪਦੇਸ਼ਾਂ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਨਾ ਸ਼ੁਰੂ ਕਰ, ਗੁਰੂ ਦੀ ਬਖਸ਼ਿਸ਼ ਹੋਏਗੀ। ਫਿਰ ਗੁਰੂ ਦੀ ਬਖਸ਼ਿਸ਼ ਨਾਲ ਬੁੱਝ ਜਾਂਦਾ ਹੈ, ਸੱਚ ਵਿੱਚ ਸਮਾ ਜਾਂਦਾ ਹੈ। ਇਸ ਮਾਰਗ ਤੇ ਤੁਰਨਾ ਬੜਾ ਚੰਗਾ ਲੱਗਦਾ, ਗੁਰਮੁਖਤਾਈ ਦਾ ਮਾਰਗ। ਅਗਲੀ ਪੌੜੀ ਦੇ ਨਾਲ 21ਵੀਂ ਪੌੜੀ ਹੈ, ਉਸ ਨਾਲ ਜੋ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ, ਉਸ ਵਿੱਚ ਸਤਿਗੁਰੂ ਮਨਮੁਖ ਦਾ ਜੀਵਨ ਦੱਸ ਰਹੇ ਨੇ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਲੋਕ ਹੈ। ਉਹ ਚੀਜ਼ਾਂ ਗਿਣੀਆਂ ਗਈਆਂ ਜਿਹੜੀਆਂ ਬਹੁਤ ਕੌੜੀਆਂ ਨੇ। ਤੁਮੀ, ਤੁਮਾ, ਵਿਸ਼, ਅੱਕ, ਧਤੂਰਾ, ਨਿੰਮ, ਫਲ। ਤੁਮੀ ਰੇਤਲੇ ਇਲਾਕਿਆਂ ਵਿੱਚ, ਟਿੱਬਿਆਂ ਵਿੱਚ ਹੁੰਦੀ ਹੈ। ਇੱਕ ਤੁਮੀ ਹੈ, ਇੱਕ ਤੁਮਾ, ਦੋਨੋਂ ਕੌੜੇ ਬਹੁਤ ਨੇ। ਰਾਜਸਥਾਨ ਦੇ ਟਿੱਬਿਆਂ ਵਿੱਚ ਹਾਲੇ ਵੀ ਹੁੰਦੀਆਂ ਨੇ। ਵਿਸ਼ ਦੇ ਅਰਥ ਹੈ ਜ਼ਹਿਰ, ਜ਼ਹਿਰ ਕੌੜੀ ਹੁੰਦੀ ਹੈ। ਅੱਕ ਬੜਾ ਕੌੜਾ ਹੁੰਦਾ ਹੈ। ਧਤੂਰਾ, ਧਤੂਰਾ ਬੜਾ ਕੌੜਾ ਹੁੰਦਾ ਹੈ। ਨਿੰਮ ਦਾ ਫਲ, ਨਿੰਮ ਦੀ ਨਮੋਲੀ ਵੀ ਕਹਿ ਦਿੰਦੇ ਆ ਉਹਨੂੰ, ਉਹ ਵੀ ਬੜੀ ਕੌੜੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਦੱਸਣ ਵਾਸਤੇ ਵੀ ਇਹ ਸਾਰੀਆਂ ਜਿਹੜੀਆਂ ਕੁੜੱਤਣ ਵਾਲੀਆਂ ਚੀਜ਼ਾਂ, ਇਹ ਤੇ ਬੜੀ ਛੋਟੀ ਜੀ ਕੁੜੱਤਣ ਹੈ। ਸਭ ਤੋਂ ਵੱਡੀ ਕੁੜੱਤਣ ਹੈ ਮਨਮੁਖ ਵਸਹਿ ਤਿਸ, ਜਿਸ ਤੂੰ ਚਿਤ ਨ ਆਵਹਿ। ਜਿਸ ਦੇ ਅੰਦਰ ਰੱਬ ਦਾ ਭੈ ਨਹੀਂ, ਜਿਹਦੇ ਅੰਦਰ ਰੱਬ ਨਾਲ ਗੂੜੀ ਪਿਆਰ ਪ੍ਰੀਤ ਨਹੀਂ, ਜਿਹਦੇ ਅੰਦਰ ਰੱਬ ਦੀ ਮਿੱਠੀ ਮਿੱਠੀ ਯਾਦ ਨਹੀਂ, ਜਿਹਨੂੰ ਰੱਬ ਦੇ ਨਿਯਮਾਂ ਦੀ ਸੋਝੀ ਨਹੀਂ ਤੇ ਰੱਬ ਦੇ ਨਿਯਮਾਂ ਨੂੰ ਸਮਰਪਿਤ ਨਹੀਂ ਹੋਇਆ, ਜੋ ਗੁਰੂ ਦੇ ਉਪਦੇਸ਼ ਨੂੰ ਸਮਝਦਾ ਨਹੀਂ, ਜ਼ਿੰਦਗੀ 'ਚ ਮੰਨਦਾ ਨਹੀਂ, ਜੋ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਸੋਚ ਸੁਭਾਅ ਨੂੰ ਪੜਚੋਲਣ ਦੀ ਜੁਗਤ ਨਹੀਂ ਜਿਹਦੇ ਕੋਲੇ, ਤੇ ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਸ਼ਿੰਗਾਰ ਕੇ ਸਵਾਰ ਕੇ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਲੈਣ ਦਾ ਜਜ਼ਬਾ ਕੋਈ ਨਹੀਂ, ਗੁਰੂ ਦੇ ਰੱਬ ਦੇ ਮਾਰਗ ਤੇ ਤੁਰਨ ਦਾ ਪਰਉਪਕਾਰ ਦੀ ਬਿਰਤੀ ਧਾਰਨ ਕਰਕੇ ਪਰਉਪਕਾਰ ਕਰਨ ਦੇ ਲਈ ਜਜ਼ਬਾ, ਲਗਨ, ਜਨੂਨ ਨਹੀਂ, ਉਹ ਮਨ ਦੇ ਪਿੱਛੇ ਲੱਗਦਾ ਹੈ। ਤੇ ਕਹਿਣ ਲੱਗੇ ਉਹ ਕਿਤੇ ਉਸ ਤੋਂ ਆ ਸਾਰੇ ਤਰ੍ਹਾਂ ਦੀ ਕੁੜੱਤਣ ਉਹਦੇ ਅੰਦਰ ਵਸਦੀ ਹੈ। ਮਨਮੁਖ ਵਸੈ ਤਿਸ, ਮਨਮੁਖ ਦਾ ਸੁਭਾਅ ਇਸ ਤਰ੍ਹਾਂ ਦੀ ਕੁੜੱਤਣ ਵਿੱਚ ਜਿਉਂ ਰਿਹਾ ਵਾਹਿਗੁਰੂ, ਕਿਉਂਕਿ ਉਹਨੂੰ ਰੱਬ ਚੇਤੇ ਨਹੀਂ। ਤੂੰ ਚਿਤ ਨਾ ਆਵੀ, ਵਾਹਿਗੁਰੂ ਜੀ ਤੁਸੀਂ ਉਹਨੂੰ ਕੋਈ ਚਿਤ ਚੇਤੇ ਨਹੀਂ, ਤੁਹਾਡਾ ਉਹਨੂੰ ਕੋਈ ਭੈ ਭਾਵਨੀ ਨਹੀਂ। ਨਾਨਕ ਕਹੀਐ ਕਿਸ ਖੰਡਨ ਕਰਮਾਂ ਬਾਹਰੇ। ਸਤਿਗੁਰੂ ਜੀ ਕਹਿੰਦੇ ਕਿਸੇ ਨੂੰ ਕੀ ਕਹੀਏ ਵੀ ਕੀ ਸਮਝਾਈਏ, ਕਿਉਂਕਿ ਉਹਦੇ ਤੇ ਅਸਰ ਨਹੀਂ ਹੋਣਾ, ਉਹਨੂੰ ਕੌੜਾ ਲੱਗਣਾ। ਕਿਉਂ? ਕਿਉਂਕਿ ਉਹਦੀ ਮਨ ਨੇ, ਉਹਦੀ ਮੱਤ ਨੇ ਜੋ ਅੱਜ ਤੱਕ ਕਰਮ ਕੀਤੇ ਨੇ, ਜਿਸ ਤਰ੍ਹਾਂ ਦੇ ਉਹ ਕਲਚਰ ਵਿੱਚ ਜਿਉਇਆ ਹੈ, ਜਿਸ ਤਰ੍ਹਾਂ ਦਾ ਪਰਿਵਾਰ ਦਾ ਮਾਹੌਲ ਸੀ, ਜਿਸ ਤਰ੍ਹਾਂ ਦਾ ਉਹਦਾ ਮਿੱਤਰਾਂ ਦਾ ਮਾਹੌਲ ਸੀ, ਉਹਦੀ ਮਨ ਨੇ, ਮੱਤ ਨੇ, ਉਹ ਮਨਮੁਖਤਾਈ ਦੇ ਕੁਸੰਗ ਦੇ ਜਿਹੜੇ ਕਰਮ ਕੀਤੇ ਨੇ ਨਾ, ਉਹਨਾਂ ਕਰਮਾਂ ਨੂੰ ਉਹਦਾ ਸੁਭਾਅ ਹੰਢਾ ਰਿਹਾ ਹੈ। ਇਸ ਲਈ ਕੀ ਕਹੀਏ, ਜੇ ਕਹਾਂਗੇ ਤਾਂ ਉਹਨੂੰ ਕੌੜਾ ਲੱਗੇਗਾ। ਆਖੋ ਵਾਹਿਗੁਰੂ। ਮਹੱਲਾ ਪਹਿਲਾ 21ਵੀਂ ਪੌੜੀ ਨਾਲ 2 ਸ਼ਲੋਕ ਨੇ, ਦੋਨੋਂ ਗੁਰੂ ਨਾਨਕ ਪਾਤਸ਼ਾਹ ਦੇ ਨੇ। ਇਹ ਦੂਸਰਾ ਸ਼ਲੋਕ ਹੈ। ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ। ਉਸ ਤਰ੍ਹਾਂ ਦੀ ਉਹਦੀ ਮਾਈਂਡ ਜਰਨੀ ਹੈ। ਉਹ ਆਪਣੇ ਕਲਚਰ ਵਿੱਚੋਂ ਉਹਦੀ ਮੱਤ ਇਸ ਤਰ੍ਹਾਂ ਦੀ ਬਣ ਚੁੱਕੀ ਹੈ। ਉਹਦੀ ਮੱਤ ਇੱਕ ਪੰਛੀ ਬਣ ਗਈ ਹੈ, ਮਤ ਪੰਖੇਰੂ। ਤੇ ਜੋ ਅੱਜ ਤੱਕ ਉਹਦੇ ਜੀਵਨ ਵਿੱਚ ਉਹਦੇ ਮਨ ਤੇ ਮੱਤ ਨੇ ਕੀਤਾ ਹੈ, ਜੋ ਕਲਚਰ ਹੈ, ਜੋ ਸੰਸਕਾਰ ਹੈ, ਉਹਦੇ ਨਾਲ ਹੈ ਕਿਰਤ ਸਾਥ। ਕਿਰਤ ਸਾਥ ਦੇ ਅਰਥ ਹੈ ਮਨ ਤੇ ਮੱਤ ਦੀ ਕੀਤੀ ਹੋਈ ਕਿਰਤ ਸੁਭਾਅ ਬਣ ਕੇ ਪੱਕ ਗਈ ਹੈ। ਸੁਭਾਅ ਪੱਕਿਆ ਸੁਭਾਅ ਉਹਦੇ ਨਾਲ ਹੈ। ਉਹਦੀ ਮੱਤ ਨੇ ਜਿਹੋ ਜਿਹੇ ਕਲਚਰ ਵਿੱਚ ਰਿਹਾ ਸੀ, ਜਿਹੋ ਜਿਹੇ ਕੁਸੰਗੀਆਂ ਵਿੱਚ ਰਿਹਾ ਸੀ, ਉਹ ਸੋਚ ਜਿਹੜੀ ਹੈ ਪੱਕ ਚੁੱਕੀ ਹੈ ਤੇ ਉਹਦੇ ਨਾਲ ਹੈ। ਇਸ ਕਰਕੇ ਕਬ ਉੱਤਮ ਕਬ ਨੀਚ, ਕਦੀ ਤਾਂ ਚੰਗੇ ਫੈਸਲੇ ਲੈਂਦਾ ਤੇ ਕਦੀ ਡੋਲ ਕੇ ਫਿਰ ਉਸ ਤੋਂ ਦੂਸਰੇ ਪਾਸੇ ਉਲਝ ਜਾਂਦਾ ਹੈ। ਕਦੀ ਤਾਂ ਉਹ ਰੱਬ ਦੀ ਬਖਸ਼ਿਸ਼ ਵਾਲੇ ਪਾਸੇ ਤੁਰਦਾ ਤੇ ਕਦੀ ਬਖਸ਼ਿਸ਼ ਸਾਹਮਣੇ ਹੋਵੇ ਉਹਨੂੰ ਪਹਿਚਾਣ ਨਹੀਂ ਆਉਂਦੀ, ਸੋਝੀ ਨਹੀਂ ਆਉਂਦੀ। ਇਸੇ ਨੂੰ ਜਨਮ ਮਰਨ ਕਹਿੰਦੇ ਨੇ, ਇਸ ਨੂੰ ਆਵਣਾ ਜਾਵਣਾ ਕਹਿੰਦੇ ਨੇ, ਇਸੇ ਨੂੰ ਡੁਬਕੀਆਂ ਲੈਣੀਆਂ ਕਹਿੰਦੇ ਨੇ। ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਵਰਤਿਆ, ਉਬਕਲੇ ਪਿੰਦੀ ਉਬਕਲੇ ਸੰਸਾਰਾ। ਡੁਬਕੀਆਂ ਲੈਣੀਆਂ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ। ਕਦੀ ਤੇ ਇਹ ਮੱਤ ਚੰਦਨ ਵਾਲੇ ਪਾਸੇ, ਗੁਣਾਂ ਦੀਆਂ ਸੁਗੰਧੀਆਂ ਵਾਲੇ ਪਾਸੇ ਜਾਂਦੀ ਹੈ, ਕਦੀ ਅੱਕ ਡਾਲ, ਕਦੀ ਸੈਲਫਿਸ਼ਨੈਸ ਵਾਲੇ ਪਾਸੇ,
ਆਪਣੀ ਹੀ ਬੁਣੀ ਹੋਈ ਉਲਝਣ ਤਾਣੀ ਵਿੱਚ ਉਹ ਅੱਕ ਵਾਲੀ ਕੁੜੱਤਣ ਦੀ ਡਾਲੀ ਤੇ ਬੈਠ ਜਾਂਦੀ ਹੈ। ਮੱਤ ਐਸੀ ਪੰਖੇਰੂ ਪੰਛੀ ਬਣ ਗਈ ਹੈ, ਅਬ ਉੱਚੀ ਪ੍ਰੀਤ। ਕਦੀ ਜਜ਼ਬੇ 'ਚ ਆ ਕੇ ਥੋੜ੍ਹੀਆਂ ਜਿਹੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਜਜ਼ਬੇ 'ਚ ਆ ਕੇ ਵੱਡੀ ਉਡਾਰੀ ਵੀ ਮਾਰਦੀ ਹੈ, ਇੱਦਾਂ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਹੁੰਦਾ ਨਹੀਂ, ਕਿਉਂਕਿ ਕਲਚਰ ਦੇ ਨਾਲ ਅੰਦਰ ਸੁਭਾਅ ਪੱਕਿਆ ਪਿਆ, ਸੋਚ ਪੱਕੀ ਪਈ ਹੈ। ਤੇ ਬਦਕਿਸਮਤੀ ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੀ ਬਾਣੀ ਰਾਹੀਂ ਆਪਣਾ ਸੁਭਾਅ ਪਰਖਣ ਦੀ ਹਲੇ ਲਗਨ ਨਹੀਂ ਲੱਗੀ, ਸੋਚ ਪਰਖਣ ਦੀ ਲਗਨ ਨਹੀਂ ਲੱਗੀ। ਆਪਣੇ ਆਪ ਨੂੰ ਬਹੁਤ ਸਿਆਣਾ, ਆਪਣੇ ਆਪ ਨੂੰ ਬਹੁਤ ਚੰਗਾ ਸਮਝ ਕੇ ਰੱਬ ਦੇ ਨਿਜ਼ਮ ਨੂੰ ਪਹਿਚਾਨ ਨਾ ਸਕਿਆ ਮਨ। ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਰੱਬ ਨੇ, ਮਾਲਕ ਨੇ, ਸਾਹਿਬ ਨੇ ਇੱਕ ਮਰਿਆਦਾ ਬਣਾ ਦਿੱਤੀ, ਨਿਜ਼ਮ ਬਣਾ ਦਿੱਤਾ। ਬਸ ਉਹਦੇ ਨਿਜ਼ਮ ਅਨੁਸਾਰ ਉਹਦੇ ਸੰਸਕਾਰ ਰੱਬ ਨੇ ਦੇਖਣੇ ਨੇ। ਸੱਚ ਇਹ ਹੈ, ਬੰਦੇ ਨੂੰ ਖੁਦ ਨੂੰ ਆਪਣੇ ਸੰਸਕਾਰ ਪੜਚੋਲਣੇ ਨਹੀਂ ਆਉਂਦੇ, ਪਰਖਣੇ ਨਹੀਂ ਆਉਂਦੇ। ਮਨੁੱਖ ਨੂੰ ਆਪਣੀ ਸੋਚ ਪਰਖਣੀ ਨਹੀਂ ਆਉਂਦੀ, ਪਰ ਰੱਬ ਦੇ ਨਿਜ਼ਮ ਨੇ ਉਹਦੇ ਸੰਸਕਾਰ, ਉਹਦੀ ਸੋਚ, ਉਹਦਾ ਸੁਭਾਅ ਪਰਖ ਲੈਣਾ। ਜਿਤਨੇ ਕੁ ਜੋਗਾ ਹੋਏਗਾ ਉਸ ਪਾਸੇ ਉਹਦੀ ਜ਼ਿੰਦਗੀ ਦੀ ਧਾਰਾ ਚੱਲਦੀ ਹੈ। ਮਾਰਗ ਦੋ ਹੀ ਨੇ, ਜਾਂ ਬਖਸ਼ਿਸ਼ ਦੇ ਜਾਂ ਭਟਕਣਾ ਦੇ, ਜਾਂ ਉਲਝਣ ਤਾਣੀ ਵਿੱਚ ਫਸ ਕੇ ਜ਼ਿੰਦਗੀ ਬਰਬਾਦ ਕਰਨ ਦੇ, ਜਾਂ ਫਿਰ ਰੱਬੀ ਮਾਰਗ ਦੇ ਉੱਪਰ ਤੁਰ ਕੇ ਗੁਰੂ ਦੀ ਬਖਸ਼ਿਸ਼ ਖੱਟਣ ਦੇ। ਦੋ ਹੀ ਮਾਰਗ ਨੇ। ਕੇਤੇ ਕਹੈ ਬਖਾਣ ਕਹਿ ਕਹਿ ਜਾਵਣਾ, ਰੱਬੀ ਉਪਦੇਸ਼ਾਂ ਦਾ ਬਖਿਆਨ। ਕਹਿ ਕਹਿ ਕੇ ਬੜੇ ਆਏ, ਬੜੇ ਚਲੇ ਗਏ। ਵੇਦ ਕਹੈ ਬਖਿਆਣ ਅੰਤ ਨਾ ਪਾਵਣਾ, ਵੇਦ ਆਦਿਕ ਧਾਰਮਿਕ ਗ੍ਰੰਥਾਂ ਰਾਹੀਂ ਰੱਬ ਦੇ ਨਿਜ਼ਮਾਂ ਬਾਰੇ ਬੜਾ ਕੁਝ ਕਿਹਾ, ਪਰ ਰੱਬ ਬੇਅੰਤ ਹੈ। ਕਿਉਂਕਿ ਜ਼ਿਆਦਾ ਪ੍ਰਚਾਰ ਧਰਮ ਦੇ ਕਰਮਾਂ ਦਾ ਕੀਤਾ ਗਿਆ, ਉਪਦੇਸ਼ ਦੀ ਗੱਲ ਘੱਟ ਕੀਤੀ ਗਈ, ਸੋਚ ਸੁਭਾਅ ਨੂੰ ਬਦਲਣ ਦੀ ਗੱਲ ਘੱਟ ਕੀਤੀ ਗਈ, ਸੋਚ ਸੁਭਾਅ ਨੂੰ ਪੜਚੋਲਣ ਦੀ ਗੱਲ ਘੱਟ ਕੀਤੀ ਗਈ। ਅਸਲੀ ਰਮਜ ਸਮਝ ਨਾ ਆਈ। ਉਹ ਰਮਜ ਕਿਹੜੀ? ਪੜ੍ਹਿਆ ਨਾਹੀਂ ਭੇਦ ਬੁਝਿਆ ਪਾਵਣਾ। ਪੜ੍ਹਨ ਦੇ ਨਾਲ ਭੇਦ ਨਹੀਂ ਆਏਗਾ, ਸੁਣਨ ਦੇ ਨਾਲ ਭੇਦ ਨਹੀਂ ਆਏਗਾ। ਬੁੱਝੇਗਾ, ਸਮਝੇਗਾ, ਤਦ ਗੱਲ ਬਣੇਗੀ। ਸ਼ੁਕਰ ਵਾਹਿਗੁਰੂ ਦਾ, ਇਹ ਗੱਲ ਯਾਦ ਰੱਖਿਓ। ਜਿਹੜੇ ਕੇਵਲ ਪੜ੍ਹਦੇ ਨੇ, ਕੇਵਲ ਸੁਣਦੇ ਨੇ, ਉਹ ਗੁਰੂ ਦੀਦਾਰ ਤਾਂ ਕਰਦੇ ਨੇ, ਗੁਰ ਸਰੂਪ ਦੇ ਦੀਦਾਰ ਉਹਨਾਂ ਨੂੰ ਨਹੀਂ ਹੁੰਦੇ। ਗੁਰ ਸਰੂਪ ਤਾਂ ਗੁਰੂ ਦੇ ਉਪਦੇਸ਼ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲੱਭਾ ਲੱਭ ਭਰੇ ਪਏ ਨੇ ਮੋਤੀ। ਉਹ ਬਾਣੀ ਤਾਂ ਸੁਣ ਲੈਂਦੇ ਨੇ, ਬਾਣੀ ਤਾਂ ਗਾ ਲੈਂਦੇ ਨੇ, ਪੜ੍ਹ ਲੈਂਦੇ ਨੇ, ਪਰ ਉਹਨਾਂ ਨੂੰ ਗੁਰੂ ਦੀ ਆਵਾਜ਼ ਨਹੀਂ ਪਤਾ ਲੱਗੀ। ਗੁਰੂ ਸਾਹਿਬ ਕਹਿ ਕੀ ਰਹੇ ਨੇ? ਸਤਿਗੁਰ ਸਰੂਪ ਦੇ ਦੀਦਾਰ ਨਹੀਂ ਹੋਏ, ਕਿਉਂਕਿ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਜਦੋਂ ਸਾਨੂੰ ਕੋਈ ਕਹਿੰਦਾ ਨਾ ਪਾਠ ਕਰਨਾ ਚਾਹੀਦਾ ਹੈ, ਪਾਠ ਕਰਨ ਦੇ ਅਰਥ ਨੇ ਸਮਝਣਾ, ਸਿੱਖਣਾ। ਜਦੋਂ ਕੋਈ ਕਹਿੰਦੇ ਨਾ ਸੁਣਨਾ ਚਾਹੀਦਾ ਹੈ, ਸਾਨੂੰ ਇਹ ਲੱਗਦਾ ਹੈ ਵੀ ਸਪੀਕਰ ਲੱਗਿਆ, ਸੁਣ ਰਹੇ ਹਾਂ ਅਸੀਂ, ਕੰਨਾਂ 'ਚ ਪੈ ਰਿਹਾ, ਸੁਣ ਰਹੇ। ਨਹੀਂ, ਜੋ ਸਮਝਿਆ ਉਹ ਸੁਣਿਆ ਹੁੰਦਾ ਹੈ। ਐਕਚੁਅਲੀ ਤਾਂ ਸਮਝ ਕੇ ਜੋ ਮੰਨਿਆ ਨਾ ਉਹ ਸੁਣਿਆ ਹੁੰਦਾ ਏ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਹਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਣਾ। ਹਟ ਦਰਸ਼ਨ ਉਹਨਾਂ ਦੇ 6 ਸ਼ਾਸਤਰ ਸਨ, ਉਹਦੇ ਮੁਤਾਬਕ ਵੱਖ-ਵੱਖ ਪਹਿਰਾਵੇ ਸੀ, ਭੇਖ। ਪਰ ਇੱਥੇ ਇਹ ਨਹੀਂ ਹੈ ਕਿ ਉਹਨਾਂ ਨੂੰ ਹੀ ਕਿਹਾ ਗਿਆ, ਕਿਉਂਕਿ ਪਿੱਛੇ ਆਪਾਂ ਵਿਚਾਰਿਆ ਸੀ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਉਹ ਸਿੱਖਿਆ ਸਾਰਿਆਂ ਵਾਸਤੇ ਹੁੰਦੀ ਹੈ। ਧਰਮ ਦੇ ਬਾਹਰਲੇ ਭੇਖ ਪਹਿਰਾਵਾ, ਬਾਹਰੋਂ ਧਰਮੀ ਦਿਸਣਾ, ਇੱਕ ਵੱਖਰਾ ਟੌਪਿਕ ਹੈ। ਅਸਲੀ ਰਮਜ਼ ਇਹ ਹੈ ਕਿ ਗੁਰੂ ਦੇ ਉਪਦੇਸ਼ ਨੂੰ ਸਮਝਿਆ ਕਿੰਨਾ ਤੇ ਜਿਉਇਆ ਕਿੰਨਾ ਪ੍ਰੈਕਟੀਕਲ ਜੀਵਨ ਵਿੱਚ। ਉਹ ਵਿਰਲੇ ਨੇ ਜਿਹੜੇ ਸੱਚ ਵਿੱਚ ਸਮਾ ਜਾਂਦੇ ਨੇ। ਇਸਾ ਸੱਚ ਸਮਾਵਣਾ, ਇਕੱਲੇ ਭੇਖ ਨਾਲ ਨਹੀਂ। ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਲੱਖ ਨੇ, ਸਦੀਵੀ ਨੇ, ਸੱਚਾ ਪੁਰਖ। ਗੁਰੂ ਦੇ ਉਪਦੇਸ਼ ਰਾਹੀਂ, ਸ਼ਬਦ ਰਾਹੀਂ ਉਹ ਸੋਹਣਾ ਲੱਗੇਗਾ, ਬੜਾ ਚੰਗਾ ਲੱਗੇਗਾ। ਰੱਬ ਦੇ ਮਾਰਗ ਤੇ ਤੁਰਨਾ ਬੜਾ ਚੰਗਾ ਲੱਗੇਗਾ। ਰੱਬ ਨੂੰ ਚੰਗਾ ਲੱਗਣ ਵਾਲਾ ਗੁਰਮੁਖ ਸੁਭਾਅ ਪ੍ਰਾਪਤ ਕਰਨਾ ਬਹੁਤ ਚੰਗਾ ਲੱਗੇਗਾ। ਗੁਰੂ ਦੇ ਮਾਰਗ ਤੇ, ਪਰਉਪਕਾਰ ਦੇ ਮਿਸ਼ਨ ਤੇ ਤੁਰਨਾ ਬਹੁਤ ਚੰਗਾ ਲੱਗੇਗਾ।
ਮੰਨੇ ਨਾਉ ਵਿਸ਼ੇਖ ਦਰਗਾਹ ਪਾਵਣਾ। ਵਿਸ਼ੇਖ ਸਭ ਤੋਂ ਉੱਤਮ, ਮੰਨੇ ਨਾਉ ਵਿਸਾਂਖ ਦਰਗਾਹ ਪਾਵਣਾ। ਵਿਸਾਂਖ ਵਿਸ਼ੇਸ਼ ਕੀਮਤੀ, ਸਭ ਤੋਂ ਉੱਤਮ ਗਿਆਨ ਰੂਪੀ ਨਾਮ ਹੈ, ਉਸ ਨੂੰ ਮੰਨਣਾ। ਇਹਦੇ ਨਾਲ ਵਾਹਿਗੁਰੂ ਦੀਆਂ ਨਜ਼ਰਾਂ 'ਚ ਬਖਸ਼ਿਸ਼ ਮਿਲਣੀ। ਦਰਗਾਹ ਪਾਵਨ ਮੰਨਣਾ ਸਭ ਤੋਂ ਕਮਾਲ ਦੀ ਕਿਰਿਆ ਹੈ। ਖਾਲਕ ਕੋ ਆਦੇਸ਼ ਢਾਡੀ ਗਾਵਣਾ, ਫਿਰ ਰੱਬ ਦੇ ਆਦੇਸ਼। ਜਿਵੇਂ ਢਾਡੀ ਭਿੱਜ ਕੇ ਗਾਉਂਦੇ ਨੇ, ਜੋਸ਼ ਵਿੱਚ ਗਾਉਂਦੇ ਨੇ, ਆਨੰਦ ਵਿੱਚ ਗਾਉਂਦੇ ਨੇ। ਜਿਹੜੇ ਢਾਡੀ ਆਨੰਦ ਜੋਸ਼ ਵਿੱਚ ਭਿੱਜ ਕੇ ਗਾਉਂਦੇ ਨੇ, ਉਹ ਸੁਣਨ ਵਾਲਿਆਂ ਦੇ ਅੰਦਰ ਵੀ ਜੋਸ਼ ਤੇ ਰਸ ਪੈਦਾ ਕਰ ਦਿੰਦੇ। ਇਸ ਤਰ੍ਹਾਂ ਦਾ ਤੂੰ ਢਾਡੀ ਬਣ ਮਨਾ। ਰੱਬ ਦੇ ਗੁਣਾਂ ਨੂੰ ਵਿਚਾਰ, ਰਸ ਵਿੱਚ ਭਿੱਜ ਕੇ ਤੂੰ ਵਿਚਾਰੇ, ਉਹਦਾ ਹੋਰਾਂ ਤੇ ਅਸਰ ਪਵੇ, ਉਹ ਵੀ ਰਸ ਵਿੱਚ ਭਿੱਜ ਜਾਣ। ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਜੁਗ ਜੁਗ ਹਰ ਤਰ੍ਹਾਂ ਦੇ ਹਾਲਾਤ ਵਿੱਚ ਵਾਹਿਗੁਰੂ ਜੀ ਦੇ ਉਪਦੇਸ਼ਾਂ ਨੂੰ, ਰੱਬੀ ਉਪਦੇਸ਼, ਗਿਆਨ ਰੂਪੀ ਨਾਮ, ਗੁਰੂ ਦੇ ਉਪਦੇਸ਼ ਨੂੰ ਮੰਨਣਾ ਤੇ ਮਨ ਵਿੱਚ ਵਸਾਉਣਾ ਤੇ ਗੁਣਾਂ ਨੂੰ ਗਾਉਣਾ। ਗੁਣਾਂ ਵਾਲਾ ਜੀਵਨ ਜਿਉਣਾ, ਪਰ ਸ਼ੁਕਰਾਨਾ ਕਰਨਾ, ਗੁਣ ਵਾਹਿਗੁਰੂ ਜੀ ਦੀ ਭਾਵਨਾएं ਰੱਖਣੀ। ਗੁਣਾਂ ਨਾਲ ਪਰਉਪਕਾਰ ਕਰਨਾ। ਪਰਉਪਕਾਰ ਦੀ ਬਿਰਤੀ ਵਾਸਤੇ ਜੋ ਬਿਰਤੀ ਮਿਲਦੀ ਹੈ, ਪਰਉਪਕਾਰ ਕਰਨ ਲਈ ਬਿਰਤੀ, ਲਗਨ, ਜਨੂਨ, ਲਿਵ, ਇਹ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਸਮਝਣੀਆਂ ਨੇ। ਮਹਿਸੂਸ ਇਹ ਕਰਨਾ ਵਾਹਿਗੁਰੂ ਜੀ ਆਪ ਪਰਉਪਕਾਰ ਕਰਵਾ ਰਹੇ ਨੇ। ਫਿਰ ਰੱਬ ਦੇ ਗੁਣਾਂ ਦੀ, ਰੱਬੀ ਮਾਰਗ ਦੀ, ਗੁਰੂ ਦੇ ਮਾਰਗ ਦੀਆਂ ਵਿਚਾਰਾਂ ਕਰਨੀਆਂ ਨੇ, ਭਾਵਨਾएं ਰੱਖਣੀਆਂ, ਵਿਚਾਰਾਂ ਕਰਦਿਆਂ ਸਿੱਖਣਾ ਹੈ, ਨਾਲ ਵੰਡਣਾ ਹੈ। ਇਹ ਤਿੰਨ ਚੀਜ਼ਾਂ ਨੇ ਜਿਹਨੂੰ ਕਹਿੰਦੇ ਨੇ ਗੁਣ ਗਾਉਣਾ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।